ਆਪਣਾ ਲੈਕਚਰ ਕੰਟੀਨਿਊ ਕਰਦੇ ਹਾਂ ਜੀ। ਗੁਰਬਖਸ਼ ਸਿੰਘ, ਅਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੀ ਨਿਬੰਧ ਕਲਾ ਦੇਖ ਰਹੇ ਸੀ। ਉਹਨਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਅਸੀਂ ਗੱਲਾਂ ਕਰ ਰਹੇ ਸੀ। ਅੱਗੇ ਪੜ੍ਹਦੇ ਹਾਂ। ਗੁਰਬਖਸ਼ ਸਿੰਘ ਦੀ ਵਿਚਾਰਧਾਰਾ ਦਾ ਅਗਲਾ ਮਹੱਤਵਪੂਰਨ ਪੱਖ ਉਹਨਾਂ ਦਾ ਧਰਮ ਬਾਰੇ ਦ੍ਰਿਸ਼ਟੀਕੋਣ ਹੈ। ਹੁਣ ਆਪਾਂ ਗੱਲ ਕਰਾਂਗੇ ਧਰਮ ਬਾਰੇ ਉਹਨਾਂ ਨੇ ਕੀ ਗੱਲਾਂ ਕੀਤੀਆਂ। ਬੇਸਿਕਲੀ ਉਹ ਧਰਮ ਦੇ ਕਰਮਕਾਂਡੀ ਰੂਪ ਦੇ ਖਿਲਾਫ ਸਨ, ਜੋ ਉਸ ਸਮੇਂ ਦੇ ਭਾਰਤ ਦੇ ਪੰਜਾਬੀਆਂ ਦੇ ਵੱਖ-ਵੱਖ ਫਿਰਕਿਆਂ ਦੇ ਲੀਡਰਾਂ ਨੇ ਧਰਮ ਦਾ ਰੂਪ ਅਪਣਾਇਆ ਹੋਇਆ ਸੀ। ਸਾਡੇ ਲੇਖਕ ਉਹਨਾਂ ਉੱਤੇ ਵਾਰ ਕਰਦੇ ਆ। ਉਸਨੇ ਸਮਕਾਲੀ ਧਰਮ ਦੇ ਕਰਮਕਾਂਡੀ ਚਰਿੱਤਰ ਉੱਤੇ ਵਾਰ ਕਰਦਿਆਂ ਹੋਇਆਂ ਧਰਮ ਵਿਰੋਧੀ ਸੁਰ ਅਲਾਪਿਆ ਹੈ। ਦੇਖੋ, ਬੇਸਿਕਲੀ ਉਹ ਧਰਮ ਦੀ ਵੈਲਿਊਜ਼ ਦੇ ਵਿਰੋਧ ਵਿੱਚ ਨਹੀਂ ਆ, ਪਰ ਜਿਹੜਾ ਕਰਮਕਾਂਡੀ ਰੂਪ ਆ, ਮੱਸਿਆ ਨਹਾਉਣਾ, ਸ਼ਰਾਧ ਕਰਨੇ, ਇਸ ਤਰ੍ਹਾਂ ਦੇ ਜਿਹੜੇ ਕਿਰਿਆਕਰਮ ਆ, ਉਹਨਾਂ ਦੇ ਖਿਲਾਫ ਆ ਉਹ। ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਕਿ ਸਾਡੇ ਜਿਹੜੇ ਮੇਨ ਰਾਈਟਰ ਆ, ਚਾਹੇ ਨਾਨਕ ਸਿੰਘ ਹੋਣ, ਧਨੀ ਰਾਮ ਚਾਤ੍ਰਿਕ ਹੋਣ, ਗੁਰਬਖਸ਼ ਸਿੰਘ ਹੋਣ, ਇਹਨਾਂ ਦਾ ਟਾਈਮ ਪੀਰੀਅਡ ਸੇਮ ਜਿਹਾ ਆ। ਅਤੇ ਉਸ ਸਮੇਂ ਦੇ ਪੰਜਾਬ ਦੇ ਭਾਰਤ ਦੇ ਹਾਲਾਤ ਅਜਿਹੇ ਸੀ ਕਿ ਧਾਰਮਿਕ ਲੀਡਰ ਧਰਮ ਦੇ ਨਾਂ 'ਤੇ ਵੰਡੀਆਂ ਪਾ ਰਹੇ ਸੀ ਅਤੇ ਆਪਣੇ ਧਰਮ ਨੂੰ ਸਰਵਸ਼੍ਰੇਸ਼ਠ ਸਾਬਿਤ ਕਰਨ 'ਚ ਲੱਗੇ ਹੋਏ ਸੀ ਅਤੇ ਧਰਮ ਦੇ ਕਰਮਕਾਂਡੀ ਰੂਪ 'ਤੇ ਜ਼ਿਆਦਾ ਫੋਕਸ ਸੀ ਕਿ ਸਾਡੀ ਆਹ ਆਈਡੈਂਟਿਟੀ ਆ। ਅਤੇ ਗੁਰਬਖਸ਼ ਸਿੰਘ ਵੀ ਇਹ ਕਰਮਕਾਂਡੀ ਜਿਹੜਾ ਰੂਪ ਆ ਨਾ, ਚਰਿੱਤਰ ਆ, ਉਸ ਉੱਤੇ ਵਾਰ ਕੀਤਾ ਇਹਨਾਂ ਨੇ। ਇਸ ਕਰਮਕਾਂਡੀ ਚਰਿੱਤਰ ਦਾ ਸੰਬੰਧ ਸਿੱਖ ਧਰਮ ਦੇ ਉਸ ਸਰੂਪ ਨਾਲ ਸੀ ਜੋ ਸਿੰਘ ਸਭਾ ਦੇ ਅਨੁਆਈਆਂ ਨੇ ਆਪਣੀ ਸਮਯਕ ਜ਼ਰੂਰਤਾਂ ਮੁਤਾਬਿਕ ਘੜਿਆ ਹੋਇਆ ਸੀ। ਇਹ ਗੱਲ ਹੁਣ ਆਪਾਂ ਦੇਖੀਏ ਕਿ ਸਾਡੇ ਇਸ ਲੇਖਕ ਨੇ ਦੂਜੇ ਧਰਮਾਂ ਦੇ ਉੱਤੇ ਉਨਾ ਅਟੈਕ ਨਹੀਂ ਕੀਤਾ ਅਤੇ ਇਸ ਤਰ੍ਹਾਂ ਕਰਨਾ ਵੀ ਨਹੀਂ ਚਾਹੀਦਾ। ਜੇ ਅਸੀਂ ਸੁਧਾਰ ਲੋਚਦੇ ਹਾਂ ਨਾ, ਅਤੇ ਆਪਾਂ ਚਲੋ ਓਵਰਆਲ ਤਾਂ ਅਸੀਂ ਬੁਰਾਈ ਨੂੰ ਬੁਰਾ ਹੀ ਕਵਾਂਗੇ, ਪਰ ਕੋਸ਼ਿਸ਼ ਕਰੀਏ ਕਿ ਜਿਸ ਧਰਮ ਨੂੰ ਅਸੀਂ ਬਿਲੋਂਗ ਕਰਦੇ ਹਾਂ ਪਹਿਲਾਂ ਉਹਦੇ ਵਿੱਚ ਸੁਧਾਰ ਲਿਆਈਏ, ਉਸ ਰੂਪ ਵਿੱਚ ਸੁਧਾਰ ਲਿਆਈਏ ਜੋ ਕਿ ਸਮੇਂ ਦੇ ਲੀਡਰਾਂ ਨੇ ਬਣਾਇਆ ਹੋਇਆ। ਅਤੇ ਹੋਇਆ ਕੀ ਕਿ ਉਸ ਸਮੇਂ ਸਿੰਘ ਸਭਾ ਲਹਿਰ ਜ਼ੋਰਾਂ 'ਤੇ ਸੀ। ਇਹ ਕਾਫੀ ਇਹਨਾਂ ਨੇ ਸੁਧਾਰ ਵੀ ਭਾਵੇਂ ਕੀਤੇ, ਪਰ ਬੇਸਿਕਲੀ ਇਹਨਾਂ ਦਾ ਏਮ ਕੀ ਸੀ? ਸਿੱਖ ਧਰਮ ਦੇ ਆਈਡੈਂਟਿਟੀ ਵਾਲੇ ਰੂਪ ਨਾਲ, ਵੀ ਅਸੀਂ ਕਿਸ ਤਰ੍ਹਾਂ ਹਿੰਦੂ ਤੋਂ ਵੱਖ ਹਾਂ, ਕੀ ਸਾਡੇ ਕਰਮਕਾਂਡ ਆ। ਅਤੇ ਜਿਹੜਾ ਆਪਣੇ ਸਿੱਖ ਗੁਰੂਆਂ ਦੀ ਟੀਚਿੰਗ ਸੀਗੀਆਂ, ਉਹਨਾਂ ਉੱਤੇ ਇੰਨਾ ਫੋਕਸ ਨਹੀਂ ਸੀ। ਜ਼ਿਆਦਾ ਫੋਕਸ ਇਸੇ ਗੱਲ 'ਤੇ ਸੀ ਕਿ ਅਸੀਂ ਦੂਸਰੇ ਤੋਂ ਅਲੱਗ ਕਿੱਦਾਂ ਆ। ਇਹਨਾਂ ਨੇ ਉਸ ਸਮੇਂ ਦੀਆਂ ਜ਼ਰੂਰਤਾਂ ਮੁਤਾਬਿਕ ਇੱਕ ਧਰਮ ਦਾ ਸਰੂਪ ਘੜਿਆ ਹੋਇਆ ਸੀ। ਲੋਕ ਸਿੱਖੀ ਵਿੱਚ ਪੂਰੇ ਰਹਿੰਦਿਆਂ ਹੋਇਆਂ ਅੰਗਰੇਜ਼ ਸਾਮਰਾਜ ਦੇ ਝੋਲੀ ਚੁੱਕ ਬਣੇ ਹੋਏ ਸਨ। ਇਹ ਜਿਹੜੇ ਲੀਡਰ ਸੀ ਨਾ, ਦੇਖੋ ਸਿੰਘ ਸਭਾ ਦੇ ਵੀ ਅੱਗੇ ਸੀਗੇ ਬ੍ਰਾਂਚਿਸ ਸੀਗੀਆਂ, ਅਤੇ ਖਾਸ ਤੌਰ 'ਤੇ ਅੰਮ੍ਰਿਤਸਰ ਵਾਲੀ ਬ੍ਰਾਂਚ ਸੀ ਜਿਹੜੀ, ਉਹ ਅੰਗਰੇਜ਼ੀ ਸਾਮਰਾਜ ਦੇ ਚਾਪਲੂਸ ਸਨ। ਸਰਕਾਰ ਦੇ ਖਿਲਾਫ ਨਹੀਂ ਸੀ ਜਾਂਦੇ, ਵਿਦਰੋਹ ਵਾਲੀ ਭਾਵਨਾ ਨਹੀਂ ਸੀ ਇਹਨਾਂ ਦੇ ਵਿੱਚ। ਅੰਗਰੇਜ਼ ਸਾਮਰਾਜ ਦੇ ਝੋਲੀ ਚੁੱਕ ਸਨ ਇਹ ਤੁਸੀਂ ਦੇਖੋਗੇ ਵੀ ਕਿਸ ਤਰ੍ਹਾਂ ਫਿਰ ਅਕਾਲੀ ਮੂਵਮੈਂਟ ਚੱਲੀ, ਗੁਰਦੁਆਰਾ ਰਿਫੋਰਮ ਮੂਵਮੈਂਟ ਚੱਲੀਆਂ ਬਾਅਦ ਵਿੱਚ। ਅਤੇ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਸੀਗੇ ਗਰੁੱਪ, ਇਹ ਅੰਗਰੇਜ਼ ਸਾਮਰਾਜ ਦੇ ਝੋਲੀ ਚੁੱਕ ਸੀ ਅਤੇ ਧਰਮ ਦੇ ਕਰਮਕਾਂਡੀ ਰੂਪ ਦੇ ਉੱਤੇ ਹੀ ਫੋਕਸਡ ਰਹਿਣ ਲਈ ਜ਼ਿਆਦਾ ਬਲ ਦਿੰਦੇ ਸਨ। ਭਾਈ ਵੀਰ ਸਿੰਘ ਅਤੇ ਹੋਰ ਸਿੰਘ ਸਭਾਈ ਲੇਖਕਾਂ ਨੇ ਸਿੱਖ ਚਰਿੱਤਰ ਨੂੰ ਉਸਦੇ ਇਨਕਲਾਬੀ ਕਿਰਦਾਰ ਤੋਂ ਮੁਕਤ ਕਰਕੇ ਸਿੱਖ ਦੇ ਬਾਹਰੀ ਭੇਖ ਅਤੇ ਕਰਮਕਾਂਡੀ ਚਰਿੱਤਰ ਉੱਪਰ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਸੀ। ਸਿੱਖਾਂ ਦੇ ਆਊਟਰ ਲੁੱਕ, ਸਿੱਖ ਉਹ ਹੁੰਦੇ ਆ ਜਿਹੜੇ 5 ਕਕਾਰ ਪਹਿਨਦੇ ਆ, ਆਹ ਉਹਨਾਂ ਦੇ ਕਰਮਕਾਂਡ ਹੁੰਦੇ ਆ, ਅਸੀਂ ਦੂਸਰਿਆਂ ਤੋਂ ਅਲੱਗ ਕਿਸ ਤਰ੍ਹਾਂ, ਇਸ ਗੱਲਾਂ ਉੱਤੇ ਜ਼ੋਰ ਜ਼ਿਆਦਾ ਸੀ। ਅਤੇ ਜਿਹੜਾ ਸਿੱਖ ਦਾ ਮੇਨ ਚਰਿੱਤਰ ਸੀ ਉਹ ਕੀ ਸੀ? ਇਨਕਲਾਬ ਵਾਲਾ, ਸਿਸਟਮ ਦੀ ਬੁਰਾਈਆਂ ਦੇ ਖਿਲਾਫ ਲੜਨ ਵਾਲਾ। ਤੁਸੀਂ ਸਿੱਖ ਹਿਸਟਰੀ ਪੜ੍ਹ ਕੇ ਦੇਖ ਲਓ, ਗੁਰੂ ਸਾਹਿਬ ਤੋਂ ਇਲਾਵਾ ਗੁਰੂ ਸਾਹਿਬ ਤੋਂ ਸ਼ੁਰੂ ਹੋ ਕੇ ਚੱਲਦੀ ਹੋਈ ਇਹ ਸਾਰੇ ਸਿਸਟਮ ਦੀ ਕੁਰੀਤੀਆਂ ਦੇ ਖਿਲਾਫ ਹੀ ਇਹਨਾਂ ਨੇ ਲੜਾਈ ਲੜੀ। ਪਰ ਸਿੰਘ ਸਭਾ ਦਾ ਕੀ ਸੀਗਾ ਫੋਕਸ? ਬਾਹਰੀ ਭੇਖਾਂ ਉੱਤੇ, ਕਰਮਕਾਂਡੀ ਚਰਿੱਤਰ ਉੱਤੇ ਜ਼ੋਰ ਜ਼ਿਆਦਾ ਸੀ। ਨਾਲ ਹੀ ਪਤਿਤ ਹੁੰਦੇ ਜਾ ਰਹੇ ਸਿੱਖ ਸਿੱਖਣੀਆਂ ਨੂੰ ਉਹਨਾਂ ਦੇ ਪ੍ਰਾਚੀਨ ਇਤਿਹਾਸਿਕ ਵਿਰਸੇ ਵਿੱਚੋਂ ਪ੍ਰਮਾਣ ਦੇ ਕੇ ਭੇਖੀ ਕਰਮਕਾਂਡੀ ਚਰਿੱਤਰ ਅਪਣਾਉਣ ਲਈ ਪ੍ਰੇਰਨਾ ਦਿੱਤੀ ਜਾਂਦੀ ਸੀ। ਦੇਖੋ ਉਹ ਕੀ ਕਰਦੇ ਸੀ ਜਿਹੜੇ ਆਪਣੇ ਸਿੰਘ ਸਭਾ ਵਾਲੇ ਲੋਕ ਸੀ, ਜਾਂ ਹੋਰ ਇਸ ਤਰ੍ਹਾਂ ਧਰਮ ਦੇ ਸੀਗੇ ਲੋਕ ਧਾਰਮਿਕ ਐਂਗਲ 'ਤੇ ਜਿਨ੍ਹਾਂ ਦਾ ਫੋਕਸ ਸੀਗਾ, ਉਹ ਕੀ ਕਰਦੇ ਕਿ ਇਤਿਹਾਸ ਵਿੱਚੋਂ
ਆਪਣੇ ਗੌਰਵਸ਼ਾਲੀ ਕਰੈਕਟਰਾਂ ਨੂੰ ਜ਼ਿਆਦਾ ਲੈ ਕੇ ਆਉਂਦੇ ਆ। ਤੇ ਦੇਖੋ ਜੀ ਸਾਡਾ ਇਤਿਹਾਸ ਕਿੰਨਾ ਮਹਾਨ। ਅੱਛਾ, ਇਹ ਗੱਲ ਅੱਜ ਵੀ ਹੋ ਰਹੀ ਆ। ਅੱਜ ਵੀ ਇਤਿਹਾਸ ਵਿੱਚੋਂ ਚੁਣੇ ਹੋਏ ਕਰੈਕਟਰ ਚੱਕ ਕੇ ਤੁਹਾਡੇ ਸਾਹਮਣੇ ਲੈ ਕੇ ਆਏ ਜਾ ਰਹੇ ਆ YouTube ਦੇ ਚੈਨਲਾਂ ਰਾਹੀਂ, ਹੋਰ ਮਾਧਿਅਮ ਰਾਹੀਂ। ਕਿਉਂਕਿ ਹੁੰਦਾ ਕੀ ਆ ਕਿ ਜਦੋਂ ਕਦੀ ਲੈਕਚਰਬਾਜ਼ੀ ਹੁੰਦੀ ਹੈ, ਜਦੋਂ ਸਾਸਕ ਹੁੰਦਾ ਆ, ਤਾਂ ਸੁਣਨ ਵਾਲੇ ਬੰਦੇ ਇੱਕ ਹੀ ਪ੍ਰਕਾਰ ਦੇ ਹੁੰਦੇ ਆ। ਤਾਂ ਜਿਹੜਾ ਪ੍ਰਵਕਤਾ ਆ, ਜਿਹੜਾ ਸਪੀਕਰ ਆ, ਜਿਹੜਾ ਬੋਲਣ ਵਾਲਾ ਆ, ਉਹ ਵੀ ਕੀ ਕਰਦਾ, ਜਾਣ ਬੁੱਝ ਕੇ ਉਸੇ ਪ੍ਰਕਾਰ ਦੇ ਟੌਪਿਕ ਲੈ ਕੇ ਆਉਂਦਾ ਤਾਂ ਕਿ ਜਨਤਾ ਸੁਣ ਕੇ ਖੁਸ਼ ਹੋ ਜਾਵੇ। ਜਨਤਾ ਸੁਣੇ ਤੇ ਕਹੇ ਆਹਾ ਸਾਡਾ ਧਰਮ ਇੰਨਾ ਮਹਾਨ, ਸਾਡੇ ਧਰਮ ਵਿੱਚ ਇੰਨੇ ਯੋਧੇ ਹੋਏ, ਅਸੀਂ ਏਡਾ ਵੱਡਾ ਰਾਜ ਕੀਤਾ, ਸਾਡਾ ਜਰਨੈਲ ਇੰਨਾ ਸੀਗਾ ਮਹਾਨ, ਇੰਨਾ ਯੋਧਾ ਸੀ ਕਿ ਉਹਨ ਅਫਗਾਨ ਫਤਿਹ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਉੱਤੇ ਜ਼ੋਰ ਜ਼ਰੂਰਤ ਤੋਂ ਜ਼ਿਆਦਾ ਦਿੱਤਾ ਜਾਂਦਾ ਆ ਤੇ ਲੋਕ ਪਿੱਛੇ ਲੱਗਦੇ ਆ। ਯੂਟਿਊਬਰਸ ਨੂੰ ਹੋਰ ਸਾਰਿਆਂ ਨੂੰ ਵਿਊਅਰਸ ਮਿਲਦੇ ਆ, ਪ੍ਰੋਪੇਗੈਂਡਾ ਸਿੱਧ ਹੁੰਦਾ ਆ। ਇਹਨਾਂ ਵਿੱਚ ਇਹ ਗੱਲਾਂ ਘੱਟ ਹੁੰਦੀਆਂ ਕਿ ਅਸੀਂ ਸਾਡੇ ਗੁਰੂਆਂ ਨੇ ਸਾਨੂੰ ਸਦਾਚਾਰ ਦੀ, ਨੈਤਿਕਤਾ ਦੀ, ਆਪਸੀ ਪ੍ਰੇਮ ਦੀ ਸਿੱਖਿਆ ਦਿੱਤੀ। ਇਹ ਗੱਲਾਂ ਘੱਟ ਜਾਂਦੀਆਂ ਤੇ ਸਾਡੀ ਆਇਡੈਂਟੀਟੀ ਵਾਲਾ ਐਂਗਲ ਜ਼ਿਆਦਾ ਹਾਵੀ ਹੋ ਜਾਂਦਾ। ਤਾਂ ਸਿੰਘ ਸਭਾ ਤੇ ਸਿੱਖ ਸੀਗੇ ਜਿਹੜੇ ਬੰਦੇ, ਉਹ ਵੀ ਇਹੀ ਕੁਝ ਕਰ ਰਹੇ ਸੀ। ਉਹ ਇਤਿਹਾਸਕ ਵਿਰਸੇ ਵਿੱਚੋਂ ਪ੍ਰਮਾਣ ਲੈ ਕੇ ਠੀਕ ਆਪਣੇ ਹੀ ਧਰਮ ਨੂੰ ਜ਼ਿਆਦਾ ਗੌਰਵਸ਼ਾਲੀ ਦੱਸਣ 'ਚ ਲੱਗੇ ਹੋਏ ਸੀ। ਤੇ ਇਹਨੂੰ ਪੜ੍ਹ ਲੈਂਦੇ ਆ। ਪ੍ਰਾਚੀਨ ਇਤਿਹਾਸਿਕ ਵਿਰਸੇ ਵਿੱਚੋਂ ਪ੍ਰਮਾਣ ਦੇ ਕੇ ਭੇਖੀ ਕਰਮਕਾਂਡੀ ਚਰਿੱਤਰ ਅਪਣਾਉਣ ਲਈ ਪ੍ਰੇਰਨਾ ਦਿੰਦੇ ਸਨ। ਭੇਖੀ ਕਰਮਕਾਂਡੀ ਚਰਿੱਤਰ, ਠੀਕ। ਇਸ ਤਰ੍ਹਾਂ ਇਨਕਲਾਬੀ ਚਰਿੱਤਰ ਨਹੀਂ, ਕਰਮਕਾਂਡ ਵਾਲੀ ਗੱਲਾਂ ਜ਼ਿਆਦਾ ਕਰਦੇ ਸਨ। ਦੇਖੋ, ਕਰਮਕਾਂਡ ਦੀ ਗੱਲਾਂ ਵਿੱਚ ਨਾ ਧਾਰਮਿਕ ਲੀਡਰਾਂ ਨੂੰ ਕਾਫੀ ਫਾਇਦਾ ਹੁੰਦਾ ਆ। ਪਹਿਲੇ ਦਾ ਫਾਇਦਾ ਤਾਂ ਇਹੀ ਆ ਕਿ ਉਹਨਾਂ ਦਾ ਸਤਸੰਗ ਸੁਣ ਕੇ ਲੋਕ ਖੁਸ਼ ਹੋ ਜਾਂਦੇ। ਦੂਸਰਾ ਫਾਇਦਾ ਇਹ ਕਿ ਜਨਤਾ ਆਪਣੇ ਅਧਿਕਾਰਾਂ ਦੀ ਮੰਗ ਲਈ ਆਵਾਜ਼ ਨਹੀਂ ਉਠਾਉਂਦੀ। ਉਹ ਜੋ ਸਿਚੁਏਸ਼ਨ ਆ ਉਹਨੂੰ ਅਸੈਪਟ ਕਰ ਲੈਂਦੀ ਆ, ਠੀਕ। ਤੇ ਜਨਤਾ ਦਾ ਧਿਆਨ ਆਪਣੀ ਸਮੱਸਿਆਵਾਂ ਵੱਲ ਨਹੀਂ ਜਾਂਦਾ ਤੇ ਧਾਰਮਿਕ ਲੀਡਰ, ਪੋਲੀਟੀਕਲ ਲੀਡਰ ਜਨਤਾ ਨੂੰ ਲੁੱਟਦੇ ਰਹਿੰਦੇ ਆ। ਫਲਸਰੂਪ ਚਰਿੱਤਰ ਦਾ ਸਥਾਨ ਕਰਮਕਾਂਡ ਨੇ ਲੈ ਲਿਆ ਸੀ, ਠੀਕ। ਕਰਮਕਾਂਡ ਜ਼ਿਆਦਾ ਹਾਵੀ ਹੋ ਰਹੇ ਸੀ ਧਾਰਮਿਕ ਲੀਡਰਾਂ ਦੇ ਪ੍ਰਚਾਰ ਦੇ ਕਾਰਨ। ਗੁਰਬਖਸ਼ ਸਿੰਘ ਯੁੱਗ ਸੰਦਰਭ ਵਿੱਚ ਕਰਮਕਾਂਡ ਤੇ ਬਾਹਰੀ ਭੇਖ ਦੀ ਅਰਥਹੀਣਤਾ ਬਾਰੇ ਸੁਚੇਤ ਸੀ। ਉਸਨੂੰ ਪਤਾ ਕਿ ਜੇ ਅਸੀਂ ਵਰਲਡ ਲੈਵਲ ਤੇ ਕੰਟੈਕਸਟ ਦੀ ਗੱਲ ਕਰੀਏ ਤਾਂ ਇਹ ਜਿਹੜੇ ਕਰਮਕਾਂਡ ਆ ਤਾਂ ਜਿਹੜੇ ਬਾਹਰੀ ਦਿਖਾਵੇ ਤੇ ਭੇਖਾਚਾਰ ਆ, ਜੋ ਗੱਲਾਂ ਅਸੀਂ ਦਿਖਾਵੇ ਦੀਆਂ ਗੱਲਾਂ ਕਰਦੇ ਹਾਂ, ਤੀਰਥਾਂ ਤੇ ਜਾਣਾ ਆ, ਯਾਤਰਾਵਾਂ ਕਰਨੀਆਂ ਆ, ਸ਼ਰਾਧ ਰੱਖਣੇ ਆ, ਇਹ ਸਾਰੀਆਂ ਗੱਲਾਂ ਬਾਰੇ ਉਹ ਸੁਚੇਤ ਸੀ ਕਿ ਇਹਨਾਂ ਦਾ ਕੋਈ ਅਰਥ ਨਹੀਂ ਆ। ਉਹ ਗੁਰੂ ਸਾਹਿਬਾਨ ਦੁਆਰਾ ਨਿਰਧਾਰਿਤ ਸਿੱਖ ਚਰਿੱਤਰ ਨੂੰ ਪੁਨਰ ਸਥਾਪਿਤ ਕਰਨ ਦਾ ਇੱਛੁਕ ਸੀ। ਉਹਦਾ ਮੇਨ ਏਮ ਕੀ ਸੀ ਵੀ ਯਾਰ ਉਹ ਕਰੈਕਟਰ ਜਿਹੜਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਸਦਾਚਾਰਕ ਬਣੋ, ਨੈਤਿਕ ਬਣੋ, ਹਨਾ, ਅੰਦਰੋਂ ਸ਼ੁੱਧੀ ਤੇ ਜ਼ੋਰ ਦੇਵੋ, ਉਹ ਅਸੀਂ ਵੈਲਿਊਜ਼ ਲੈ ਕੇ ਆਈਏ। ਆਹ ਕਰਮਕਾਂਡੀ ਬਾਹਰੀ ਭੇਖਾਚਾਰ ਵਾਲੀ ਗੱਲਾਂ ਨਾ ਬਹੁਤੀਆਂ ਕਰੀਏ। ਇਸ ਲਈ ਉਸਨੇ ਇਸੇ ਸਿੰਘ ਸਬਾਈ ਕਰਮਕਾਂਡੀ ਚਰਿੱਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਦੀ ਨੁਕਤਾਚੀਨੀ ਕੀਤੀ ਹੈ। ਉਹ ਲਿਖਦੇ ਹਨ, ਨੁਕਤਾਚੀਨੀ, ਕ੍ਰਿਟਿਸਿਜ਼ਮ ਕੀਤਾ। ਕੀ ਕਹਿੰਦੇ ਆ, ਆਪਾਂ ਜਿਹੜਾ ਲੇਖਕ ਦੇ ਖੁਦ ਦੇ ਸ਼ਬਦ ਪੜ੍ਹੀਏ। ਉਹੀ ਪੁਰਾਣੀਆਂ ਪੂਰਨਮਾਸ਼ੀਆਂ, ਪੁੰਨਿਆ ਆ ਗਈ ਜੀ, ਉਹੀ ਇਸ਼ਨਾਨ, ਉਹੀ ਯਾਤਰਾ, ਉਹੀ ਪ੍ਰਸਾਦ। ਮੀਨ ਜਿਹੜੀਆਂ ਕਰਮਕਾਂਡਾਂ ਦਾ ਸਾਡੇ ਗੁਰੂ ਸਾਹਿਬ ਨੇ ਖੰਡਨ ਕੀਤਾ ਸੀ, ਠੀਕ ਹੈ ਨਾ, ਉਹੀ ਸਾਡੇ ਫਿਰ ਜੀਵਨ ਦਾ ਹਿੱਸਾ ਬਣ ਗਈਆਂ। ਉਹੀ ਮੱਥੇ ਟੇਕਣਾ, ਉਹੀ ਭਗਵਾਨ ਨੂੰ ਭੋਗ, ਉਹੀ ਸੁਖਣਾ, ਉਹੀ ਚਿੰਨ੍ਹ, ਉਹੀ ਮੰਤਰ ਤੇ ਮਸਲੇ ਇੱਕ ਇੱਕ ਕਰਕੇ ਸਾਡੇ ਧਰਮ ਦਾ ਆਕਾਰ ਬਣ ਗਏ ਹਨ। ਦੇਖੋ, ਇਹ ਗੱਲਾਂ ਹੁੰਦੀਆਂ ਆ ਕਿ ਜਿੱਦਾਂ ਆਪਾਂ ਮੰਨ ਲਓ ਕਿ ਮੌਲੀ ਬੰਨ ਲਈ ਹੱਥ ਤੇ, ਇਹ ਵੀ ਕਰਮਕਾਂਡ ਦਾ ਪਾਰਟ ਆ, ਪਰ ਇਟਸ ਓਕੇ, ਅਸੀਂ ਮੰਨ ਲਈ, ਠੀਕ ਆ। ਕਰਮਕਾਂਡ ਇਨਸਾਨ ਦੀ ਜ਼ਿੰਦਗੀ ਦਾ ਪਾਰਟ ਆ, ਪਰ ਅਸੀਂ ਫੋਕੇ ਕਰਮਕਾਂਡ ਕਰਦੇ ਹਾਂ, ਮੀਨ ਸਿਰਫ ਦਿਖਾਵੇ ਮਾਤਰ ਲਈ। ਤਾਂ ਜਿੰਨੇ ਸਾਡੇ ਰਾਈਟਰਸ ਆ ਉਹ ਫੋਕੇ ਕਰਮਕਾਂਡ ਤੇ ਅਟੈਕ ਕਰਦੇ ਪਏ ਆ ਵੀ ਤੁਸੀਂ ਸਮਝ ਲਿਆ ਕਿ ਭਗਵਾਨ ਨੂੰ ਭੋਗ ਲਾ ਲਿਆ ਤੇ ਬਸ ਗੱਲ ਬਣ ਗਈ। ਤੁਸੀਂ ਸਮਝ ਲਿਆ ਕਿ ਮੈਂ ਸੁਖਣਾ ਸੁੱਖੀ ਆ ਤੇ ਹੁਣ ਉਹ ਮੇਰੀ ਸੁਖਣਾ ਪੂਰੀ ਹੋ ਜਾਏਗੀ, ਫਿਰ ਮੈਂ ਪੂਰੀ ਹੋਣ ਤੇ ਆਹ ਕੰਮ ਕਰਾਂਗਾ, ਹਨਾ, ਕੁਛ ਮੀਨ ਦਾਨ ਪੁੰਨ ਕਰਾਂਗਾ, ਮੰਤਰ ਵਗੈਰਾ, ਇਹ ਸਾਰੀਆਂ ਗੱਲਾਂ ਉਹੀ ਹੋ ਰਹੀਆਂ ਆ, ਸਿੱਖ ਸਮਾਜ ਵਿੱਚ ਵੀ ਚੱਲ ਪਈਆਂ। ਉਹ ਲਿਖਦੇ ਆ, ਅਖੰਡ ਪਾਠ ਧਰੇ ਗਏ ਹਨ। ਹੁਣ ਦੇਖੋ, ਅਖੰਡ ਪਾਠ ਕੋਈ ਬੁਰੀ ਗੱਲ ਨਹੀਂ ਹੈ। ਬੇਸਿਕਲੀ ਅਖੰਡ ਪਾਠ ਤਾਂ ਹੁਣ ਧਾਰਮਿਕ ਐਂਗਲ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਆ। ਪਰ ਅਸੀਂ ਕੀ ਕਰਦੇ ਪਏ ਹਾਂ ਕਿ ਇੱਕ ਬਾਬਾ ਜੀ ਨੂੰ, ਪਾਠੀ ਸਾਹਿਬਾਂ ਨੂੰ ਕਹਿ ਤਾ ਕਿ ਸਾਡੇ ਘਰ ਅਖੰਡ ਪਾਠ ਆ, ਪਰ ਅਸੀਂ ਅੰਦਰੋਂ ਖੁਦ ਨਹੀਂ ਚੇਂਜ ਹੁੰਦੇ ਪਏ, ਗੁਰਬਾਣੀ ਨੂੰ ਆਪਣੇ ਅੰਦਰ ਨਹੀਂ ਲੈ ਕੇ ਆ ਰਹੇ, ਬਸ ਨਾਮ ਦਾ ਅਖੰਡ ਪਾਠ ਕਰਾ ਦਿੱਤਾ। ਇਹ ਗੱਲਾਂ ਦਾ ਵਿਰੋਧ ਕਰਦੇ ਪਏ ਸਾਡੇ ਲੇਖਕ।
ਦੇਖੋ ਨਾ, ਅਖੰਡ ਪਾਠ ਦਾ ਵਿਰੋਧ ਨਹੀਂ ਆ। ਤੁਸੀਂ ਕਿਤੇ ਪੜ੍ਹ ਕੇ ਮਨ ਵਿੱਚ ਉਹ ਰੋਸ ਨਾ ਕਰ ਲਿਓ ਕਿ ਦੇਖੋ ਜੀ ਗੁਰਬਖਸ਼ ਸਿੰਘ ਨੇ ਅਖੰਡ ਪਾਠ ਬਾਰੇ ਕੀ ਕਿਹਾ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਹ ਕਹਿੰਦੇ ਕਿ ਦੇਖੋ ਅਖੰਡ ਪਾਠ ਧਰੇ ਗਏ ਹਨ, ਅਸੀਂ ਦਿਖਾਵੇ ਦੀਆਂ ਗੱਲਾਂ ਕਰ ਰਹੇ ਹਾਂ, ਪਰ ਅੰਦਰੋਂ ਚੇਂਜ ਨਹੀਂ ਹੁੰਦੇ ਪਏ। ਇਲਾਜ ਵੱਲੋਂ ਧਿਆਨ ਉੱਡ ਗਿਆ ਹੈ। ਅਸੀਂ ਇਲਾਜ 'ਤੇ ਧਿਆਨ ਨਹੀਂ ਦਿੰਦੇ, ਝਾੜ ਫੂਕ ਵੱਲ ਜਾ ਰਹੇ ਹਾਂ। ਬੱਚੇ ਸਕੂਲ ਜਾਣ ਦੀ ਤਿਆਰੀ ਮੰਗਦੇ ਹਨ, ਘਰ ਸਫਾਈ ਮੰਗਦਾ ਹੈ, ਪਰ ਮਾਂ ਛੇਤੀ ਗੜਵੀ ਪਾਣੀ ਦੀ ਪਿੰਡੇ ਉੱਤੇ ਡੋਲ ਗੁਰਦੁਆਰੇ ਨੱਠੀ ਜਾ ਰਹੀ ਹੈ। ਹੁਣ ਕਹਿੰਦੇ ਕਿ ਦੇਖੋ ਘਰ ਦੀ ਸੁਆਣੀ ਕਹਿੰਦੀ ਕਿ ਮੈਂ ਤਾਂ ਗੁਰਦੁਆਰੇ ਚੱਲੀ, ਤੇ ਘਰ ਦੇ ਕੰਮ ਦਾ ਉਹਨੂੰ ਓਨਾ ਧਿਆਨ ਨਹੀਂ। ਬੱਚੇ ਕਹਿੰਦੇ ਸਕੂਲ ਜਾਣਾ, ਘਰ ਦੀ ਸਫਾਈ ਨਹੀਂ ਕੀਤੀ, ਤੇ ਛੇਤੀ ਗੜਵੀ ਡੋਲ ਦਾ ਮਤਲਬ ਇਸ਼ਨਾਨ ਕਰਕੇ ਵੀ ਮੈਂ ਤਾਂ ਚੱਲੀ ਗੁਰਦੁਆਰੇ। ਫਿਰ ਉਹ ਗੁਰਦੁਆਰੇ ਬਾਰੇ ਦੱਸਦੇ ਆ। ਉਸ ਗੁਰਦੁਆਰੇ ਜਿਹਦਾ ਪਹਿਲਾਂ ਭਾਈ ਚੋਰੀ ਫੀਮ ਵੇਚਦਾ ਫੜਿਆ ਗਿਆ, ਤੇ ਦੂਜਾ ਇੱਕ ਜਨਾਨੀ ਕੱਢ ਕੇ ਨੱਸ ਗਿਆ ਹੈ। ਇੱਥੇ ਫਿਰ ਉਹੀ ਗੱਲ ਆ ਕਿ ਸਾਡੇ ਲੇਖਕ ਨੇ ਗੁਰਦੁਆਰੇ ਦੀ ਬੁਰਾਈ ਨਹੀਂ ਕੀਤੀ। ਉਹ ਦੱਸ ਰਿਹਾ ਕਿ ਅਸੀਂ ਕਾਫੀ ਕਰਮਕਾਂਡੀ ਹੋ ਗਏ ਹਾਂ। ਸਾਡੇ ਗੁਰਦੁਆਰੇ ਦਾ ਭਾਈ ਵੀ ਫੀਮ ਵੇਚਦਾ ਹੈ, ਇੱਕ ਜਨਾਨੀ ਕੱਢ ਕੇ ਨੱਸ ਗਿਆ ਹੈ। ਇਹ ਗੱਲਾਂ ਅੱਜ ਵੀ ਹੋ ਰਹੀਆਂ ਆ। ਪਰ ਮੇਨ ਗੱਲ ਇਹ ਆ ਕਿ ਇਹਦਾ ਮਤਲਬ ਇਹ ਨਹੀਂ ਕਿ ਪਾਠ ਕਰਨ ਵਾਲਾ ਪਾਠੀ ਬੁਰਾ ਹੋ ਗਿਆ। ਉਹ ਇਹ ਦੱਸ ਰਿਹਾ ਕਿ ਕਿਸ ਤਰ੍ਹਾਂ ਅਸੀਂ ਕਰਮਕਾਂਡ 'ਚ ਪੈ ਗਏ ਹਾਂ, ਗਿਣਤੀ ਦੇ ਪਾਠ ਵਗੈਰਾ ਵੀ ਕਰਦੇ ਪਏ ਹਾਂ, ਪਰ ਅੰਦਰੋਂ ਸ਼ੁੱਧ ਨਹੀਂ ਹੋਏ। ਉਹ ਗੱਲਾਂ ਉਸ ਐਂਗਲ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਸਾਡੇ ਲੇਖਕ ਨੇ। ਉਹਨਾਂ ਅਨੁਸਾਰ ਜੀਵਨ ਜਾਤ ਦੇ ਅਭਿਲਾਸ਼ੀਆਂ ਦਾ ਕਲਿਆਣ ਧਾਰਮਿਕ ਸਥਾਨਾਂ ਤੇ ਜਾ ਕੇ ਬੇਸਮਝ ਰਟਨ ਜਾਂ ਰਸਮਾਂ ਵਿੱਚ ਨਹੀਂ ਹੈ। ਠੀਕ ਹੈ ਨਾ, ਜੇ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਸੰਵਾਰਨਾ ਹੈ, ਕਲਿਆਣ ਕਰਨਾ ਹੈ, ਤਾਂ ਧਾਰਮਿਕ ਸਥਾਨ ਤੇ ਜਾ ਕੇ ਰੀਤੀ ਰਿਵਾਜ, ਰਸਮਾਂ, ਕਰਮਕਾਂਡ ਤੇ ਰੱਟੇ ਲਾਉਣੇ, ਮੰਤਰ ਉਚਾਰਨ ਕਰਨੇ, ਇਹਨਾਂ ਨਾਲ ਨਹੀਂ ਪਾਰ ਉਤਾਰਾ ਹੋਣਾ। ਇਹ ਸਾਧਨ ਤਾਂ ਕੀਮਤੀ ਸਮੇਂ ਦੀ ਬਰਬਾਦੀ ਹਨ। ਸੱਚਾ ਮਜ਼ਹਬ ਤਾਂ ਆਪਣੀਆਂ ਗਰਜਾਂ ਤੋਂ ਉੱਚਾ ਹੋ ਕੇ ਬ੍ਰਹਮੰਡ ਨਾਲ ਇੱਕ ਜਾਣ ਹੋਣ ਦਾ ਯਤਨ ਹੈ। ਸੱਚਾ ਮਜ਼ਹਬ ਕਿਹੜਾ, ਸੱਚਾ ਧਰਮ ਕਿਹੜਾ, ਕਿ ਮੈਂ ਇਹ ਗੱਲਾਂ ਜਿਹੜੀਆਂ ਕਿ ਅਸੀਂ ਮਹਾਨ ਹੁੰਦੇ ਹਾਂ, ਇਹ ਗੱਲਾਂ ਛੱਡ ਕੇ ਪੂਰੇ ਯੂਨੀਵਰਸ ਨਾਲ ਇੱਕ ਜਾਨ ਹੋਣਾ, ਵੀ ਸਾਰੇ ਯੂਨੀਵਰਸ ਦੇ ਬੰਦੇ ਕੀ ਆ, ਸਾਡੇ ਆਪਣੇ ਆ। ਠੀਕ, ਅਸੀਂ ਕੀ ਆ, ਇੱਕ ਇਕਾਈ ਆ। ਇੱਕ ਧਰਮ ਦਾ ਬੰਦਾ ਦੂਸਰੇ ਧਰਮ ਦੇ ਬੰਦੇ ਤੋਂ ਅਲੱਗ ਨਹੀਂ, ਅਸੀਂ ਸਾਰੇ ਕੀ ਆ, ਇੱਕ ਹਾਂ। ਠੀਕ ਹੈ ਜੀ। ਹਮਦਰਦੀ, ਪਿਆਰ, ਪ੍ਰਸ਼ੰਸਾ, ਸਾਰਥਕਤਾ ਇਸ ਮਜ਼ਹਬ ਦੀ ਇਬਾਦਤ ਹਨ। ਇਸ ਮਜ਼ਹਬ ਦੀ ਇਬਾਦਤ, ਪੂਜਾ, ਜਾਂ ਇਸ ਮਜ਼ਹਬ ਦਾ ਮੇਨ ਗੱਲਾਂ ਕੀ ਆ ਕਿ ਅਸੀਂ ਇੱਕ ਦੂਸਰੇ ਨਾਲ ਹਮਦਰਦੀ ਦੇ ਭਾਵ ਰੱਖੀਏ, ਪਿਆਰ ਦੇ ਭਾਵ ਰੱਖੀਏ, ਇੱਕ ਦੂਸਰੇ ਦੀ ਪ੍ਰਸ਼ੰਸਾ ਕਰੀਏ। ਠੀਕ, ਆਪਣੇ ਜੀਵਨ ਨੂੰ ਪੂਰਨ ਬਣਾਈਏ, ਸਾਰਥਕ ਬਣਾਈਏ, ਕੁਛ ਮਤਲਬ ਜੋਗਾ ਬਣਾਈਏ। ਉਹਨਾਂ ਅਨੁਸਾਰ ਸਾਡਾ ਠਾਕਰ ਸਾਡਾ ਗੁਆਂਢੀ ਹੈ। ਜੇ ਪੂਜਾ ਹੀ ਕਰਨੀ ਹੈ, ਜੇ ਆਪਾਂ ਮੰਦਿਰ ਹੀ ਜਾਣਾ ਆ, ਹਨਾ, ਤੇ ਆਪਣੇ ਜਿਹੜਾ ਗੁਆਂਢੀ ਆ ਉਹਦੀ ਹੈਲਪ ਕਰੋ ਉਨੀ, ਉਹੀ ਸਾਡੇ ਲਈ ਮੰਦਿਰ ਜਾਣ ਦੇ ਬਰਾਬਰ ਆ। ਗੁਆਂਢੀ ਦਾ ਮਤਲਬ ਤੁਹਾਡੇ ਆਪਣੇ ਹੋਰ ਸੰਗੀ ਸਾਥੀ, ਦੂਸਰੇ ਲੋਕ। ਸਾਡਾ ਮੰਦਿਰ ਸਾਡਾ ਦਿਲ ਹੈ, ਅੰਦਰ ਹੀ ਰੱਬ ਵੱਸਦਾ ਹੈ, ਅਤੇ ਸਾਡੀ ਇਬਾਦਤ ਚੰਗਿਆਂ ਬਣਨ ਦਾ ਯਤਨ ਹੈ, ਚੰਗੇ ਬਣਨਾ। ਉਹ ਧਾਰਮਿਕ ਕਰਮਕਾਂਡ ਨਾਲੋਂ ਨਿਥਾ ਪ੍ਰਤੀ ਜੀਵਨ ਦੇ ਵਿਹਾਰ ਨੂੰ ਵਧੇਰੇ ਤਰਜੀਹ ਦਿੰਦਾ ਹੈ, ਵੀ ਅਸੀਂ ਰੋਜ਼ਮर्रा ਦੀ ਜ਼ਿੰਦਗੀ ਨੂੰ ਜ਼ਿਆਦਾ ਕੀ ਕਰੀਏ, ਸੁਖਾਲਾ ਬਣਾਈਏ। ਗੁਰਬਖਸ਼ ਸਿੰਘ ਦੇ ਨਿਬੰਧਾਂ ਨੇ ਮਨੁੱਖ ਨੂੰ ਪ੍ਰਸੰਨ ਲੰਮੀ ਉਮਰ ਹੰਢਾਉਣ ਅਤੇ ਸਾਵੀਂ ਪੱਧਰੀ ਜ਼ਿੰਦਗੀ ਜਿਉਣ ਦੀ ਜਾਂਚ ਸਿਖਾਉਣ ਦਾ ਯਤਨ ਵੀ ਕੀਤਾ ਹੈ। ਆਪਾਂ ਆਪਣੀ ਉਮਰ ਲੰਬੀ ਕਰੀਏ, ਲਾਈਫ ਸਾਡੀ ਹੈਪੀ ਹੋਵੇ। ਠੀਕ, ਜ਼ਿੰਦਗੀ ਅਸੀਂ ਵਧੀਆ ਢੰਗ ਨਾਲ ਜੀਵੀਏ। ਇਹਦੇ ਕੀ ਸੋਲਿਊਸ਼ਨ ਆ, ਕੀ ਤਰੀਕੇ ਆ, ਉਹਨਾਂ ਬਾਰੇ ਵੀ ਸਾਨੂੰ ਦੱਸਿਆ ਉਸਨੇ ਕਾਫੀ। ਇਸ ਲਈ ਉਹ ਜੀਵਨ ਜਾਂਚ ਤੇ ਛੋਟੇ ਵਿਸਤਾਰਾਂ ਵਿੱਚ ਵੀ ਜਾਂਦਾ ਹੈ। ਇੱਥੇ ਇੰਪੋਰਟੈਂਟ ਗੱਲ ਇਹ ਆ ਕਿ ਦੇਖੋ ਨਾ, ਗੁਰਬਖਸ਼ ਸਿੰਘ ਸਾਡੀ ਨਾ ਲਾਈਫ ਨੂੰ ਜ਼ਿਆਦਾ ਵਧੀਆ ਬਣਾਉਣ ਵਿੱਚ ਰੁਚਿਤ ਆ। ਆਪਾਂ ਪਹਿਲਾਂ ਹੀ ਗੱਲ ਕੀਤੀ ਕਿ ਸਾਡੇ ਪੂਰਬ ਵੱਲ ਕੀ ਆ, ਅਸੀਂ ਮੋਕਸ਼ ਪ੍ਰਾਪਤ ਕਰਨ 'ਚ ਲੱਗੇ ਹਾਂ। ਅਸੀਂ ਇਹ ਕਹਿੰਦੇ ਹਾਂ ਕਿ ਮੋਹ ਦਾ ਤਿਆਗ ਕਰੋ ਤੇ ਸ਼ਾਂਤੀ ਲਓ, ਹਨਾ। ਪਰ ਵੈਸਟਰਨ ਵਿੱਚ ਕੀ ਸੀ ਕਿ ਜ਼ਿੰਦਗੀ ਦੇ ਹਰੇਕ ਪਹਿਲੂ ਨੂੰ ਹੋਰ ਵਧੀਆ ਬਣਾਓ, ਪ੍ਰੈਕਟੀਕਲ ਹੋ ਜਾਓ। ਤੇ ਸਾਡਾ ਲੇਖਕ ਵੀ ਉਹੀ ਗੱਲਾਂ ਸਾਡੇ ਸਾਹਮਣੇ ਰੱਖਦਾ ਆ। ਉਹ ਆਪਣੇ ਅੰਦਾਜ਼ ਵਿੱਚ ਉੱਠਣ ਬਹਿਣ, ਖਾਣ ਪੀਣ, ਕੱਪੜੇ ਪਾਉਣ, ਮਹਿਮਾਨ ਨਿਵਾਜ਼ੀ ਕਰਨ, ਗੱਲਬਾਤ ਕਰਨ ਅਤੇ ਨਹਾਉਣ ਦੀ ਜਾਂਚ ਵੀ ਸਾਨੂੰ ਸਿਖਾਉਂਦਾ ਹੈ। ਇਹ ਸਾਰੀਆਂ ਗੱਲਾਂ ਸਾਨੂੰ ਉਹ ਸਿਖਾਉਂਦਾ ਆ। ਦੇਖੋ, ਇਹ ਵਿਵਹਾਰਿਕਤਾ ਆ, ਇਹ ਐਟੀਕੇਟਸ ਆ।
ਤੇ ਇਹ ਸਾਡੀ ਜ਼ਿੰਦਗੀ ਦੇ ਜ਼ਰੂਰੀ ਅੰਗ ਹਨ। ਤੇ ਇਹ ਸਾਰੀਆਂ ਗੱਲਾਂ ਉੱਤੇ ਲੇਖਕ ਝਾਤ ਪਾਉਂਦਾ ਆ। ਤੇ ਬਾਕੀ ਅਸੀਂ ਇਹ ਵੀ ਯਾਦ ਰੱਖੀਏ ਕਿ ਲੇਖਕ ਨੇ ਮੰਥਲੀ ਰਸਾਲਾ ਚਲਾਇਆ ਹੋਇਆ ਸੀ ਪ੍ਰੀਤ ਲੜੀ, ਤੇ ਉਸ ਰਸਾਲੇ ਵਿੱਚ ਇਹ ਲੇਖ ਲਿਖਣੇ ਸੀ। ਤਾਂ ਫਿਰ ਉਹ ਲੇਖ ਜ਼ਿਆਦਾ ਕਾਮਯਾਬ ਹੋ ਸਕਦੇ ਸੀ ਜਿਨ੍ਹਾਂ ਦੀ ਉਪਯੋਗਿਤਾ ਜਨਤਾ ਲਈ ਜ਼ਿਆਦਾ ਹੋਵੇ, ਆਮ ਜਨਤਾ ਲਈ ਉਪਯੋਗਿਤਾ ਜ਼ਿਆਦਾ ਹੋਵੇ। ਅੱਛਾ ਜੀ, ਤਾਂ ਉਪਯੋਗਿਤਾ ਕਿਸ ਤਰ੍ਹਾਂ ਹੋਵੇਗੀ? ਜੇ ਉਹਨਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਤੁਸੀਂ ਗੱਲਾਂ ਲਿਖੀਆਂ ਆ, ਹੈ ਨਾ, ਉੱਠਣਾ ਬੈਠਣਾ, ਨਹਾਉਣਾ ਧੋਣਾ, ਹੈ ਨਾ, ਗੱਲ ਕਿਸ ਤਰ੍ਹਾਂ ਕਰਨੀ, ਇਹ ਸਾਰੀਆਂ ਗੱਲਾਂ ਜ਼ਰੂਰੀ ਹੁੰਦੀਆਂ। ਆਦਰਸ਼ਕ ਘਰ ਦੀ ਵਿਆਖਿਆ ਕਰਦਾ ਹੋਇਆ ਉਹ ਗੁਸਲਖਾਨੇ ਤੇ ਪਖਾਨੇ ਦੀ ਲੰਬਾਈ ਚੌੜਾਈ ਤੇ ਸਫਾਈ ਸੰਬੰਧੀ ਵੀ ਆਪਣੀ ਰਾਏ ਦਿੰਦਾ ਹੈ ਵੀ ਆਦਰਸ਼ਕ ਘਰ ਕਿਹੜਾ ਹੋਵੇ, ਤਾਂ ਉਸ ਵਿੱਚ ਗੁਸਲਖਾਨਾ ਕਿਸ ਤਰ੍ਹਾਂ ਦਾ ਹੋਵੇ, ਲੰਬਾਈ ਚੌੜਾਈ, ਪਖਾਨੇ ਦੀ ਲੰਬਾਈ ਚੌੜਾਈ, ਟਾਇਲਟ ਦੀ ਲੰਬਾਈ ਚੌੜਾਈ ਵੀ ਦੱਸਦਾ ਵੀ ਇਸ ਤਰ੍ਹਾਂ ਦਾ ਪਖਾਨਾ ਹੋਵੇ ਕਿ ਜਿਹਦੇ ਵਿੱਚ ਬੰਦਾ ਬਹਿ ਕੇ ਆਰਾਮ ਨਾਲ ਕੁਝ ਚੀਜ਼ ਪੜ੍ਹ ਸਕਦਾ ਹੋਵੇ। ਸਾਵੀਂ ਪੰਧਰੀ ਜ਼ਿੰਦਗੀ ਜਿਉਣ ਲਈ ਅਰੋਗਤਾ ਦੀ ਲੋੜ ਹੁੰਦੀ ਹੈ, ਅਰੋਗਤਾ ਵੀ ਸਾਨੂੰ ਕੋਈ ਰੋਗ ਨਾ ਲੱਗੇ। ਤਾਂ ਇਸ ਬਾਰੇ ਵੀ ਲੇਖਕ ਨੇ ਕਾਫੀ ਚੰਗੇ ਵਿਚਾਰ ਪ੍ਰਗਟ ਕੀਤੇ ਵੀ ਹਾਂ ਵੀ ਰੋਗਾਂ ਤੋਂ ਕਿਸ ਤਰ੍ਹਾਂ ਬਚ ਕੇ ਰਹਿਣਾ ਹੈ। ਇਸ ਲਈ ਉਹ ਨਰੋਈ ਸਿਹਤ ਦੇ ਰਾਜ ਖੋਲ ਕੇ ਪਾਠਕਾਂ ਨੂੰ ਸਮਝਾਉਂਦਾ ਹੈ ਵੀ ਜੇ ਆਪਾਂ ਸਾਡੀ ਹੈਲਥ ਚੰਗੀ ਹੋਵੇ ਉਹ ਕਿਸ ਤਰ੍ਹਾਂ ਹੋ ਸਕਦੀ ਹੈ, ਉਸ ਦੇ ਰਾਜ ਵੀ ਸਾਨੂੰ ਦੱਸਦਾ ਆ। ਉਹ ਵਰਜਿਸ਼ ਕਰਨ ਦੇ ਤਰੀਕੇ ਦੱਸਦਾ ਹੈ, ਐਕਸਰਸਾਈਜ਼ ਕਿਸ ਤਰ੍ਹਾਂ ਕਰਨੀ ਹੈ। ਇਸਤਰੀ ਮਰਦ ਦੀਆਂ ਲਿੰਗ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਵੀ ਪੇਸ਼ ਕਰਦਾ ਹੈ। ਔਰਤ ਮਰਦ ਦੀਆਂ ਸੈਕਸ਼ੂਅਲ ਪ੍ਰੋਬਲਮਸ ਕਿਹੜੀਆਂ ਆ। ਹੁਣ ਦੇਖੋ ਇਹ ਸਮਾਜ ਦਾ ਟੈਬੂ ਆ, ਸਾਡੇ ਪੰਜਾਬੀ ਸਮਾਜ ਵਿੱਚ ਤਾਂ ਇਹ ਗੱਲਾਂ ਬਿਲਕੁਲ ਹੀ ਵਰਜਿਤ ਹੁੰਦੀਆਂ ਕਿ ਤੁਸੀਂ ਲਿੰਗ ਸਮੱਸਿਆਵਾਂ ਬਾਰੇ ਗੱਲਾਂ ਕਰੋ। ਆ ਕੀ ਗੱਲਾਂ ਕਰਨ ਡਿਆ, ਇਸ ਤਰ੍ਹਾਂ ਹੋ ਜਾਂਦੀ ਆ, ਪਰ ਇਹ ਸਮੱਸਿਆਵਾਂ ਆ। ਤਾਂ ਇਹ ਸਮੱਸਿਆਵਾਂ ਉੱਤੇ ਵੀ ਪਹਿਲੀ ਵਾਰ ਜੇ ਕਿਸੇ ਨੇ ਪੰਜਾਬੀ ਰਾਈਟਰ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਗੁਰਬਖਸ਼ ਸਿੰਘ ਹੀ ਹੈ। ਉਹਨਾਂ ਨੇ ਦੱਸਿਆ ਵੀ ਇਹ ਵੀ ਇੱਕ ਸਮੱਸਿਆਵਾਂ ਆ ਤੇ ਇਹਦਾ ਕੀ ਹੱਲ ਹੋ ਸਕਦਾ, ਤੇ ਨਾਲ ਆਪਣੇ ਇਹ ਅੰਗਾਂ ਦੀ ਸਫਾਈ ਵੱਲ ਵੀ ਉਹਨਾਂ ਨੇ ਪ੍ਰੋਪਰ ਸਾਡਾ ਧਿਆਨ ਦਿਵਾਇਆ, ਇਹ ਵੀ ਉਹਨਾਂ ਦੀ ਦੇਣ ਆ। ਸਾਰੀ ਪਰਿਸਥਿਤੀ ਨੂੰ ਗੌਰ ਨਾਲ ਵੇਖਣ ਤੇ ਪ੍ਰਤੀਤ ਹੁੰਦਾ ਹੈ ਕਿ ਉਸ ਕੋਲ ਮੌਲਿਕ ਕੁਝ ਵੀ ਨਹੀਂ। ਹੁਣ ਇੱਕ ਸਾਹਿਤਕਾਰਾਂ ਦਾ ਇੱਕ ਆਪਣਾ ਕਨਸੈਪਟ ਹੁੰਦਾ ਜੀ ਮੌਲਿਕ, ਵੀ ਮੈਂ ਦੂਸਰੇ ਦੀ ਗੱਲਾਂ ਨਾ ਲਿਖਾਂ, ਮੈਂ ਆਪਣਾ ਨਵਾਂ ਕੁਝ ਇਨੋਵੇਟਿਵ ਚੀਜ਼ ਲਿਖਾਂ, ਉਹ ਮੇਰੀ ਮੌਲਿਕ ਹੋਊਗੀ, ਮੌਲਿਕ ਰਚਨਾ। ਹੁਣ ਕ੍ਰਿਟਿਕ ਇਹ ਕਹਿੰਦੇ ਆ ਕਿ ਗੁਰਬਖਸ਼ ਸਿੰਘ ਕੋ ਆਪਣਾ ਮੌਲਿਕ ਕੁਝ ਵੀ ਨਹੀਂ, ਵੀ ਜੋ ਉਹਨੂੰ ਵੈਸਟਰਨ ਕੰਟਰੀਜ਼ ਵਿੱਚ ਦੇਖਿਆ ਉਹ ਸਾਡੇ ਸਾਹਮਣੇ ਪਲੇਟ 'ਚ ਰੱਖਤਾ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਜਿਸ ਤਰ੍ਹਾਂ ਅਸੀਂ ਆਪਣਾ ਸੰਵਿਧਾਨ ਪੜ੍ਹਦੇ ਹਾਂ, ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸੰਵਿਧਾਨ ਮੌਲਿਕ ਕੁਝ ਵੀ ਨਹੀਂ, ਅਸੀਂ ਦੂਸਰੇ ਦੇਸ਼ਾਂ ਤੋਂ ਉਧਾਰ ਲਿਆ। ਨਹੀਂ, ਅਸੀਂ ਚੀਜ਼ਾਂ ਨੂੰ ਜਦੋਂ ਐਨਾਲਿਸਿਸ ਕਰਦੇ ਹਾਂ, ਗਿਆਨ ਲੈਂਦੇ ਹਾਂ, ਤੇ ਫਿਰ ਜਦੋਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਸ ਨੂੰ ਵਰਤਦੇ ਹਾਂ ਤਾਂ ਇਹਦੇ ਵਿੱਚ ਦਿਮਾਗ ਲੱਗਦਾ ਆ। ਠੀਕ, ਇਸ ਢਾਲਣਾ ਵਿੱਚ ਦਿਮਾਗ ਲੱਗਦਾ ਆ, ਇਹ ਵੀ ਇੱਕ ਕਲਾ ਆ। ਹੁਣ ਇਹ ਤਾਂ ਦੂਸਰੇ ਦੇਸ਼ਾਂ ਦੀ ਯਾਤਰਾ ਉਹਨਾਂ ਨੇ ਗਿਆਨ ਵਿੱਚ ਵਾਧਾ ਕੀਤਾ, ਇਹ ਯਾਤਰਾਵਾਂ ਨਾਲ ਉਹਨਾਂ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ, ਪਰ ਇੱਕ ਚਿੰਤਨਸ਼ੀਲ ਮਨ ਹੀ ਡਿਫਰੈਂਸ ਦੇਖ ਸਕਦਾ ਆ ਕਿ ਸਾਡੇ ਦੇਸ਼ ਤੇ ਦੂਸਰੇ ਦੇਸ਼ ਵਿੱਚ ਕੀ ਫਰਕ ਆ, ਸਾਡੇ ਦੇਸ਼ ਵਿੱਚ ਕੀ ਘਾਟਾਂ ਆ, ਤੇ ਉਹ ਘਾਟਾਂ ਨੂੰ ਪੂਰੀ ਕਰਨ ਲਈ ਉਹ ਆਪਣੀ ਗੱਲ ਸਾਡੇ ਸਾਹਮਣੇ ਰੱਖਦਾ ਆ। ਤੇ ਬੇਸਿਕ ਏਮ ਕੀ ਆ? ਸਾਡੀ ਜ਼ਿੰਦਗੀ ਵਿੱਚ ਸੁਧਾਰ ਹੋਣਾ। ਠੀਕ ਹੈ ਜੀ। ਉਸ ਦਾ ਚਿੰਤਨ ਵਿਦੇਸ਼ੀ ਜੀਵਨ ਦੇ ਸਿਹਤ ਤੋਂ ਉਧਾਰਾ ਲੈ ਹੋਣ ਕਰਕੇ ਸਾਡੇ ਆਪਣੇ ਜੀਵਨ ਦੀਆਂ ਪਰਿਸਥਿਤੀਆਂ ਦੇ ਅਨੁਕੂਲ ਨਹੀਂ ਹੈ। ਇਹ ਵੀ ਇੱਕ ਗੱਲ ਕਹੀ ਜਾਂਦੀ ਹੈ ਕਿ ਉਸਨੇ ਜੋ ਵੀ ਆ ਆਪਣਾ ਚਿੰਤਨ ਸਾਡੇ ਸਾਹਮਣੇ ਪੇਸ਼ ਕੀਤਾ ਉਹ ਦੂਸਰੇ ਦੇਸ਼ਾਂ ਦੇ ਸਾਹਿਤ ਤੋਂ, ਜੀਵਨ ਤੋਂ ਲੈ ਕੇ ਉਧਾਰਾ ਲੈ ਕੇ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਤੇ ਇਹ ਸਾਡੀਆਂ ਪਰਿਸਥਿਤੀਆਂ ਦੇ ਅਨੁਕੂਲ ਨਹੀਂ ਹੈ। ਕੋਈ ਇਹ ਗੱਲ ਜਚੀ ਨਹੀਂ। ਕਿਉਂ ਨਹੀਂ ਅਨੁਕੂਲ ਵੀ? ਕਿ ਸਾਫ਼ ਸਫਾਈ ਸਾਨੂੰ ਨਹੀਂ ਚਾਹੀਦੀ, ਹੈ ਨਾ, ਕਿ ਰੋਜ਼ਮर्रा ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ, ਕਿ ਇਹ ਸਾਨੂੰ ਲੋੜ ਨਹੀਂ? ਲੋੜ ਹੈ। ਇਸ ਨਾਲ ਉਹ ਇੱਕ ਸੁਪਨ ਜਗਤ ਜਾਂ ਯੂਟੋਪੀਆ ਦਾ ਕਰਤਾ ਬਣਦਾ ਹੈ। ਇਹ ਸਾਡੇ ਰਾਈਟਰ ਦੀ, ਜਿਨ੍ਹਾਂ ਨੇ ਆਰਟੀਕਲ ਲਿਖਿਆ, ਇਹ ਉਹਨਾਂ ਦੇ ਵਿਚਾਰ ਆ ਕਿ ਸਾਡਾ ਜਿਹੜਾ ਗੁਰਬਖਸ਼ ਸਿੰਘ ਆ ਉਹ ਇੱਕ ਸੁਪਨ ਜਗਤ ਆ, ਅਜਿਹਾ ਜਗਤ ਜੋ ਕਿ ਸੁਪਨੇ ਵਿੱਚ ਹੀ ਹੋ ਸਕਦਾ ਹੈ, ਰਿਐਲਿਟੀ ਵਿੱਚ ਨਹੀਂ, ਉਸ ਦਾ ਕਰਤਾ ਹੈ। ਨਹੀਂ, ਇਹ ਗੱਲ ਕੋਈ ਬਹੁਤੀ ਜਚੀ ਨਹੀਂ ਹੈ ਵੀ। ਹਾਂ, ਇਹ ਇੱਕ ਕ੍ਰਿਟਿਕ ਹੈ। ਹੁਣ ਤੁਹਾਨੂੰ ਪ੍ਰਸ਼ਨ ਆ ਸਕਦਾ ਕਿ ਸਾਡੇ ਗੁਰਬਖਸ਼ ਸਿੰਘ ਸੁਪਨ ਜਗਤ ਦੇ ਕਰਤਾ ਹਨ, ਆਪਣੇ ਵਿਚਾਰ ਦਿਓ। ਫਿਰ ਤੁਸੀਂ ਲਿਖਣਾ ਕਿ ਉਸ ਵੀ ਆਹ ਗੱਲਾਂ ਕਰਕੇ ਉਹਨਾਂ ਨੂੰ ਸੁਪਨ ਜਗਤ ਦਾ ਕਰਤਾ ਕਿਹਾ ਜਾਂਦਾ ਹੈ, ਪਰ ਅਸਲੀਅਤ ਇਹ ਨਹੀਂ ਹੈ। ਇਸ ਤਰ੍ਹਾਂ ਪ੍ਰਸ਼ਨ ਆ ਸਕਦਾ। ਪੜ੍ਹ ਲੈਂਦੇ ਹਾਂ ਗੱਲਾਂ। ਇਸ ਸੁਪਨ ਜਗਤ ਵਿੱਚ ਵਾਸਤਵਿਕ ਦ੍ਰਿਸ਼ਟੀਕੋਣ ਦੀ ਘਾਟ ਹੈ। ਉਸ ਦੇ ਲੇਖਾਂ ਵਿੱਚ ਸ਼ਿਸ਼ਟਾਚਾਰ ਨਿਯਮਾਂ ਉੱਤੇ ਜ਼ੋਰ ਦੇਣ ਦੀ ਇੱਕ ਜ਼ਬਰਦਸਤ ਪ੍ਰਵਿਰਤੀ ਨਜ਼ਰ ਆਉਂਦੀ ਹੈ। ਠੀਕ ਹੈ, ਆਹ ਇੰਪੋਰਟੈਂਟ ਪੁਆਇੰਟ ਹੋ ਗਿਆ ਵੀ ਐਟੀਕੇਟਸ ਤੇ ਉਹਨਾਂ ਨੇ ਕਾਫੀ ਜ਼ੋਰ ਦਿੱਤਾ, ਸ਼ਿਸ਼ਟਾਚਾਰ ਦੇ ਨਿਯਮ, ਕਿਉਂਕਿ ਵਿਦੇਸ਼ੀ ਦੇਸ਼ਾਂ ਵਿੱਚ ਵੀ ਇਹ ਚੀਜ਼ਾਂ ਉੱਤੇ ਕਾਫੀ ਜ਼ੋਰ ਦਿੱਤਾ ਜਾਂਦਾ ਸੀ। ਦੇਖੋ ਹੁੰਦਾ ਕੀ ਹੈ ਨਾ, ਕਿ ਸਾਡੇ ਦੇਸ਼ਾਂ ਵਿੱਚ ਕੀ ਹੈ ਨਾ, ਭਾਰਤ ਵਰਗੇ ਦੇਸ਼ਾਂ ਵਿੱਚ ਅਸੀਂ ਨਾ ਕਿਲੋ ਦੇ ਵੱਡੇ ਕੰਸੈਪਟ ਸਾਹਮਣੇ ਲੈ ਕੇ ਆਉਂਦੇ ਹਾਂ,
ਕਿਸ ਤਰ੍ਹਾਂ ਦੇ ਕਿ ਸਾਡੀ ਸੰਸਕ੍ਰਿਤੀ ਵਿੱਚ ਵਾਸੂਦੇਵ ਕੁਟੁੰਬਕਮ, ਸਾਡੀ ਸੰਸਕ੍ਰਿਤੀ ਵਿੱਚ ਅਤਿਥੀ ਦੇਵੋ ਭਵ, ਇਸ ਤਰ੍ਹਾਂ ਦੀ ਗੱਲਾਂ ਅਸੀਂ ਕਹਿ ਦਾਂਗੇ। ਪਰ ਜਿਹੜੀ ਛੋਟੀ ਛੋਟੀ ਵਿਵਹਾਰਿਕ ਗੱਲਾਂ ਹੁੰਦੀਆਂ ਨਾ, ਉੱਥੇ ਅਸੀਂ ਫਾਟੀ ਰਹਿ ਜਾਂਦੇ ਹਾਂ। ਜਿਸ ਤਰ੍ਹਾਂ ਕਿਸੇ ਨੂੰ ਮਿਲਣ ਜਾਣਾ ਅਤੇ ਟਾਈਮ 'ਤੇ ਨਹੀਂ ਪਹੁੰਚਣਾ, ਠੀਕ। ਗੱਲ ਕਰਨ ਦਾ ਢੰਗ ਸਾਡਾ ਮਿੱਠਾ ਨਹੀਂ ਹੁੰਦਾ, ਹੈ ਨਾ। ਸਾਫ਼ ਸਫਾਈ ਵੱਲ ਉਨੀ ਧਿਆਨ ਨਹੀਂ ਰੱਖਦੇ ਪਏ। ਇਹ ਕੁਛ ਗੱਲਾਂ ਆ ਜਿਹੜੀਆਂ ਸ਼ਿਸ਼ਟਾਚਾਰ ਵਿੱਚ ਆਉਂਦੀਆਂ। ਪਰ ਅਸੀਂ ਕੀ ਕਰਦੇ ਹਾਂ, ਵੱਡੀਆਂ ਵੱਡੀਆਂ ਗੱਲਾਂ ਕਰਕੇ, ਵੱਡੀਆਂ ਵੱਡੀਆਂ ਥਿਊਰੀਆਂ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਮਹਾਨ ਹਾਂ। ਪਰ ਪ੍ਰੈਕਟੀਕਲ ਅਸੀਂ ਕੀ ਹੁੰਦੇ ਹਾਂ, ਕਾਫੀ ਪਿੱਛੇ ਰਹਿ ਗਏ ਹੁੰਦੇ ਹਾਂ। ਇਹੀ ਗੱਲ ਸਾਡਾ ਬਲਰਾਜ ਸਾਹਨੀ ਵੀ ਲਿਖਦਾ ਆ ਕਿ ਰੂਸ ਵਿੱਚ ਇੰਡੀਅਨਸ ਦੀ ਬਹੁਤੀ ਇੱਜ਼ਤ ਨਹੀਂ ਹੁੰਦੀ। ਕਿਉਂਕਿ ਉਹ ਕਹਿੰਦੇ ਵੀ ਇਹ ਨਾ ਟਾਈਮ ਦੇ ਪਾਬੰਦ ਨੇ। ਉਹ ਸਾਡਾ ਲੇਖਕ ਦੱਸਦਾ ਆ ਕਿ ਵਿਦੇਸ਼ਾਂ ਵਿੱਚ ਤੁਹਾਡੇ ਛੋਟੇ ਛੋਟੇ ਵਿਵਹਾਰਿਕ ਗੱਲਾਂ ਕਰਕੇ ਤੁਹਾਡੀਆਂ ਇੱਜ਼ਤ ਬਣਦੀ ਹੈ, ਨਾ ਕਿ ਵੱਡੀਆਂ ਵੱਡੀਆਂ ਫਿਲੋਸਫੀਆਂ ਦੇ ਕੇ। ਓਕੇ, ਅੱਗੇ ਪੜ੍ਹਦੇ ਹਾਂ ਜੀ। ਅੱਗੇ ਗੱਲ ਕਰਦੇ ਹਾਂ ਜੀ ਨਿਬੰਧ ਕਲਾ ਦੀ। ਨਿਬੰਧ ਲਿਖਣ ਦੀ ਉਹਨਾਂ ਦੀ ਕਲਾ, ਇਹ ਅਸੀਂ ਨੈਕਸਟ ਕਲਾਸ ਵਿੱਚ ਸ਼ੁਰੂ ਕਰਦੇ ਹਾਂ। ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।